ਅਸੀਂ ਗੁਰੂ ਰਾਮਦਾਸ ਜੀਆਂ ਦਾ ਇੱਕ ਬਚਨ ਪੜ੍ਹਦੇ ਹਾਂ, ਉੱਥੇ ਵੀ ਮਹਾਰਾਜ ਨੇ ਕਿਰਪਾ ਕੀਤੀ। ਮਨ ਹਠ ਕਿਨੈ ਨਾ ਪਾਇਆ, ਕਰ ਉਪਾਵ ਥੱਕੇ ਸਭ ਕੋਏ। ਸਹਿਸ ਸਿਆਣਪ ਕਰ ਰਹੇ, ਮਨ ਕੋਰੈ ਰੰਗ ਨਾ ਹੋਏ। ਕੂੜ ਕਪਟ ਕਿਨੈ ਨਾ ਪਾਇਓ, ਜੋ ਬੀਜੈ ਖਾਵੈ ਸੋਏ। ਤਿੰਨ ਤੁਕਾਂ ਦਾ ਇੱਕ ਪਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਮਨ ਦਾ ਹੱਠ ਕਰਨਾ। ਵੇਖੋ ਜੋਗੀ ਲੋਕ ਜਿਹੜੇ ਨਾ, ਉਹ ਮਨ ਦਾ ਹੱਠ ਕਿਵੇਂ ਕਰਦੇ ਜੇ ਕਿ ਸਰੀਰ ਨੂੰ ਲੰਮਾ ਲੰਮਾ ਸਮਾਂ ਕੁਝ ਆਹਾਰ ਨਹੀਂ ਦੇਣਾ। ਕੇਵਲ ਕਈ ਤਾਂ ਇਦਾਂ ਦੇ ਹੋਏ ਜਿਨ੍ਹਾਂ ਨੇ ਹਵਾ ਤੋਂ ਹੀ એનર્ਜੀ ਲੈ ਕੇ, ਭੋਜਨ ਲੈ ਕੇ ਛਕ ਲੈਣਾ ਤੇ ਕਈ ਸਾਲ ਬੈਠੇ ਰਹਿਣਾ, ਜਾਂ ਕੰਦ ਮੂਲ ਖਾ ਲੈਣਾ। ਹੱਠ ਇੰਨਾ ਕਿ ਪੋਹ ਦੀ ਉਤੋਂ ਉਨੀ ਠੰਡ ਹੋਣੀ ਤੇ ਬਰਫ਼ ਦੀਆਂ ਸਿੱਲਾਂ ਤੇ ਬਹਿ ਕੇ ਤਪ ਕਰਨੇ। ਵੇਖੋ ਤਪ ਸ਼ਬਦ ਹੋ ਰਿਹਾ ਤੇ ਇਬਾਦਤ ਸ਼ਬਦ ਹੋ ਰਿਹਾ। ਫਿਰ ਇਹਨਾਂ ਨੇ ਧੁਨੀਆਂ ਬਾਲ ਲੈਣੀਆਂ ਜੇਠ ਹਾੜ ਦੀ ਲੂਹ ਦੇ ਵਿੱਚ, ਪਿੰਡਾਂ ਨੂੰ ਤਪਾਣਾ, ਆਸੇ ਪਾਸੇ ਧੁਨੀਆਂ ਬਾਲ ਕੇ ਵਿੱਚ ਚੌਂਕੜਾ ਮਾਰ ਲੈਣਾ। ਭਾਵ ਕਿ ਪੁੱਠੇ ਲਟਕ ਕੇ ਨਾਮ ਨੂੰ ਜਿਹੜਾ ਇਹਨਾਂ ਨੇ ਅਭਿਆਸ ਕਰਨਾ ਕਿ ਅਸੀਂ ਪ੍ਰਮਾਤਮਾ ਨੂੰ ਹੱਠ ਦੇ ਨਾਲ ਪਾਲੀਏ। ਇਹਨਾਂ ਹੱਠਾਂ ਦੇ ਨਾਲ ਕਰਾਮਾਤਾਂ ਜ਼ਰੂਰ ਮਿਲ ਜਾਂਦੀਆਂ ਨੇ, ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਨੇ, ਪਰ ਗੁਰੂ ਸਾਹਿਬ ਸੱਚੇ ਪਿਤਾ ਜੀ ਕਹਿੰਦੇ ਉਹ ਪਰਮ ਪਿਤਾ ਜਿਹੜਾ ਵਾਹਿਗੁਰੂ ਜੀ ਨਹੀਂ ਪ੍ਰਾਪਤ ਹੁੰਦਾ। ਅਸੀਂ ਜਪਜੀ ਸਾਹਿਬ ਦੇ ਅੰਦਰ ਇੱਕ ਤੁਕ ਪੜ੍ਹਦੇ ਹਾਂ ਗੁਰੂ ਸਾਹਿਬ ਮਹਾਰਾਜ ਦੀ, ਉੱਥੇ ਮਹਾਰਾਜ ਕਹਿੰਦੇ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਇਸ ਸ਼ਬਦ ਦੇ ਅੰਦਰ ਇੱਕ ਕਿਰਪਾ ਗੁਰੂ ਸਾਹਿਬ ਨੇ ਵਰਤਾਈ ਹੈ। ਉੱਥੇ ਮਹਾਰਾਜ ਕਹਿੰਦੇ ਨੇ ਰਿੱਧ ਸਿੱਧ ਅਵਰਾ ਸਾਧ, ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਉਹ ਗੁਰੂ ਸਾਹਿਬ ਸੱਚਾ ਪਿਤਾ ਜੀ ਕਹਿੰਦੇ ਹੋਰ ਸਵਾਦਾਂ ਵਿੱਚ ਸਾਨੂੰ ਲੈ ਕੇ ਚਲੀਆਂ ਜਾਂਦੀਆਂ। ਹੁਣ ਇੱਥੇ ਹੈ ਕਿ ਮਨ ਹੱਠ ਕਿਨੈ ਨਾ ਪਾਇਓ। ਮਹਾਰਾਜ ਕਹਿੰਦੇ ਅੱਜ ਤੱਕ ਕਿਸੇ ਨੇ ਮਨ ਦੇ ਹੱਠ ਦੇ ਨਾਲ ਉਸ ਪਰਮਾਤਮਾ ਨੂੰ ਨਹੀਂ ਪਾਇਆ। ਜਦੋਂ ਅਸੀਂ ਇਹ ਪੜ੍ਹਦੇ ਹਾਂ, ਆਖਣ ਜੋਰ ਚੁੱਪੈ ਨਹਿ ਜੋਰ, ਸਤਿਗੁਰੂ ਮਹਾਰਾਜ ਕਹਿੰਦੇ ਧੱਕੇ ਨਾਲ ਜੇ ਤੂੰ ਕਹਵੇਂ ਕਿ ਮੈਂ ਚੁੱਪ ਰਹਿ ਕੇ ਰੱਬ ਪਾਲਾਂਗਾ, ਉਹ ਇਸ ਜ਼ੋਰ ਨਾਲ ਵੀ ਨਹੀਂ ਮਿਲਣਾ। ਜੇ ਤੂੰ ਕਵੇਂ ਮੈਂ ਉੱਚੀ ਉੱਚੀ ਪੁਕਾਰ ਕੇ ਰੱਬ ਪਾਲਾਂਗਾ, ਮਹਾਰਾਜ ਕਹਿੰਦੇ ਉਹ ਇਦਾਂ ਵੀ ਨਹੀਂ ਮਿਲਣਾ। ਸੱਚ ਐਵੇਂ ਪਰਮਾਤਮਾ ਦੀ ਭਾਸ਼ਾ ਸੀ, ਗੱਲ ਵੀ ਕੀਤੀ, ਉਹ ਪ੍ਰੇਮ ਦੀ ਭਾਸ਼ਾ। ਸਿੱਖ ਧਰਮ ਦੇ ਅੰਦਰ ਸਹਿਜ ਭਗਤੀ ਤੇ ਪ੍ਰੇਮਾ ਭਗਤੀ ਨੂੰ ਥਾਂ ਹੈ, ਹੱਠ ਨੂੰ ਕੋਈ ਥਾਂ ਨਹੀਂ ਦਿੱਤੀ। ਕਿ ਕੋਈ ਬੰਦਾ ਕਵੇ ਮੈਂ ਹੱਠ ਕਰਾਂਗਾ, ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਇਸ ਨੂੰ ਜੋਗ ਨਹੀਂ ਜਾਣਿਆ ਗੁਰੂ ਸਾਹਿਬ ਨੇ। ਸੱਚ ਹੈ ਇੱਕ ਬਾਣੀ ਦੇ ਅੰਦਰ ਪ੍ਰਮਾਣ ਆਉਂਦਾ ਮਹਾਰਾਜ ਜੀ ਦਾ, ਗੁਰੂ ਸਾਹਿਬ ਜੀ ਕਹਿੰਦੇ ਮਨ ਹੱਠ ਕੀਚੈ ਅੰਤ ਵਿਗੋਵੈ। ਜਿਹੜੇ ਸਿੱਖ ਹੋ ਕੇ ਮਨ ਦੇ ਹੱਠ ਵਾਲੇ ਪਾਸੇ ਚਲੇ ਜਾਣਗੇ, ਸਰੀਰ ਨੂੰ ਕਸ਼ਟ ਦੇ ਕੇ ਪ੍ਰਮਾਤਮਾ ਕੋਲੋਂ ਕੋਈ ਦਾਤ ਪਾਉਣ ਨੂੰ ਲੋਚਣਗੇ ਜਾਂ ਪ੍ਰਮਾਤਮਾ ਨੂੰ ਪਾਉਣ ਦੇ ਲਈ, ਮਹਾਰਾਜ ਕਹਿੰਦੇ ਉਹ ਅੰਤ ਵੇਲੇ ਖੁਆਰ ਹੋਣਗੇ। ਵਿਗੋਵੇ ਦਾ ਭਾਵ ਹੁੰਦਾ ਖੁਆਰੀ ਪੱਲੇ ਪੈਣੀ, ਪਛਤਾਵਾ ਪੱਲੇ ਪੈਣਾ। ਕਿਉਂਕਿ ਸਰੀਰ ਨੂੰ ਦੁੱਖ ਦਿੱਤਾ, ਹੋ ਸਕਦਾ ਸਰੀਰ ਦਾ ਕੋਈ ਨੁਕਸਾਨ ਹੋ ਜੇ, ਤੇ ਜਿਹਦੇ ਲਈ ਦੁੱਖ ਦਿੱਤਾ ਉਹ ਪ੍ਰਮਾਤਮਾ ਤੇ ਉਹਦੀ ਬਖਸ਼ਿਸ਼ ਵੀ ਨਾ ਪ੍ਰਾਪਤ ਹੋਵੇ। ਤਾਂ ਕਰਕੇ ਮਹਾਰਾਜ ਕਹਿੰਦੇ ਮਨ ਹੱਠ ਕਿਨੈ ਨਾ ਪਾਇਆ, ਕਰ ਉਪਾਵ ਥੱਕੇ ਸਭ ਕੋਏ। ਸਹਿ ਸਿਆਣਪ ਕਰ ਰਹੇ। ਅਸੀਂ ਵੀ ਆਪਣੀਆਂ ਸਿਆਣਪਾਂ ਨਾਲ ਪ੍ਰਮਾਤਮਾ ਪਾਉਣੇ ਚਾਹੁੰਦੇ ਹਾਂ, ਪਰ ਉਹ ਮਿਲਦਾ ਨਹੀਂ। ਕਿਉਂ? ਮਹਾਰਾਜ ਸੱਚੇ ਪਿਤਾ ਕਹਿੰਦੇ ਮਨ ਕੋਰੈ ਰੰਗ ਨਾ ਹੋਏ, ਕਿਉਂਕਿ ਮਨ ਦੇ ਵਿੱਚ ਕੋਰਾਪਨ ਹੈ। ਸੰਗਤ ਜੀ ਕੋਰਾਪਨ ਦਾ ਇਹ ਭਾਵ, ਇੱਕ ਨਾ ਸ਼ਲੋਕ ਪੜੋ ਬਾਬਾ ਕਬੀਰ ਜੀ ਦਾ। ਬਾਬਾ ਜੀ ਕਹਿੰਦੇ ਕਬੀਰ ਠਾਕੁਰ ਪੂਜੈ ਮੋਲ ਲੈ, ਮਨ ਹੱਠ ਤੀਰਥ ਨਾਏ। ਵੇਖੋ ਇੱਥੇ ਵੀ ਸ਼ਬਦ ਬਾਬਾ ਜੀ ਨੇ ਮਨ ਹੱਠ ਵਰਤਿਆ। ਦੇਖਾ ਦੇਖੀ ਸਵਾਗ ਧਰ, ਭੂਲੇ ਭਟਕਾ ਖਾਹੇ। ਇਹਦੇ ਅਰਥ ਸੁਣਿਓ ਕਿ ਕੋਰੈ ਰੰਗ ਨਾ ਹੋਏ। ਕਈ ਵਾਰੀ ਨਾ ਮੇਰੇ ਵਰਗੇ ਬੰਦੇ ਕਿਸੇ ਨੂੰ ਵੇਖ ਕੇ ਰੀਸ ਕਰਨਗੇ ਧਰਮ ਦੀ। ਜੇ ਫਲਾਣਾ ਬੰਦਾ ਹਰ ਸਾਲ ਲੰਗਰ ਲਾਉਂਦਾ, ਲਓ ਜੀ ਆਪਾਂ ਵੀ ਲਾਵਾਂਗੇ। ਫਲਾਣਾ ਬੰਦਾ ਤੀਰਥਾਂ ਤੇ ਜਾਂਦਾ, ਅਸੀਂ ਵੀ ਜਾਵਾਂਗੇ। ਪਤਾ ਕਾਹਦੇ ਲਈ? ਬਸ ਦੁਨੀਆ ਦੀ ਤੇ ਸ਼ਰੀਕਾਂ ਦੀ ਵਾਹ ਵਾਹ ਖੱਟਣੀ ਹੈ। ਵੇਖੋ ਇਹ ਬਾਣੀ ਵਿੱਚ ਗੱਲਾਂ ਨੇ। ਮਹਾਰਾਜ ਕਹਿੰਦੇ ਕਈ ਵਾਰੀ ਬੰਦੇ ਹਰ ਸਾਲ ਲੰਗਰ ਲਾਉਂਦੇ ਆ, ਧਰਮੀ ਵੀ ਬਾਣਾ ਪਾ ਲੈਂਦੇ ਆ, ਰੀਸੋ ਰੀਸ ਬਾਣੀ ਵੀ ਪੜ੍ਹਦੇ ਆ, ਪਰ ਰੱਬ ਦੇ ਪ੍ਰੇਮ ਨਾ ਹੋਣ ਕਰਕੇ ਉਹ ਅੰਦਰੋਂ ਕੋਰੇ ਦੇ ਕੋਰੇ ਰਹਿ ਜਾਂਦੇ ਆ। ਕਿਉਂਕਿ ਭਾਵਨਾ ਇਹ ਸੀ ਕਿ ਲੋਕੀ ਮੈਨੂੰ ਵਡਿਆਉਣ, ਮੈਨੂੰ ਲੋਕੀ ਚੰਗਾ ਕਹਿਣ ਕਿ ਬੰਦਾ ਬੜਾ ਧਰਮੀ ਆ, ਹਰ ਸਾਲ ਤੀਰਥਾਂ ਤੇ ਜਾਂਦਾ, ਲੰਗਰ ਵੀ ਲਾਉਂਦਾ। ਪਰ ਮਾਫ ਕਰਿਓ, ਸਭ ਕੁਝ ਕਰਕੇ ਜੇ ਪਿਆਰ ਹੀ ਨਾ ਬਣਿਆ ਗੁਰੂ ਨਾਨਕ ਜੀ ਨਾਲ, ਜੇ ਸਾਡਾ ਪਿਆਰ ਹੀ ਨਹੀਂ ਹੈਗਾ, ਫਿਰ ਮਹਾਰਾਜ ਕਹਿੰਦੇ ਤੇਰਾ ਅੰਦਰੋਂ ਕੋਰਾ ਭਾਈ, ਤੇਰੇ ਅੰਦਰ ਤੇਰਾ ਭੇਜਾ ਨਹੀਂ ਉਸ ਬੰਦਗੀ ਨਾਲ। ਹੁਣ ਬਾਬਾ ਜੀ ਕਹਿ ਰਹੇ ਇੱਥੇ ਕਿ ਕੀ ਹੋਇਆ ਜੇ ਪੈਸੇ ਖਰਚ ਕੇ ਇੱਕ ਮੂਰਤੀ ਖਰੀਦ ਲਈ ਤੇ ਉਹਦੀ ਪੂਜਾ ਕੀਤੀ? ਕੀ ਹੋਇਆ ਜੇ ਮਨ ਦਾ ਹੱਠ ਕਰਕੇ ਮੰਨਦਾ ਨਹੀਂ ਸੀ, ਪਰ ਘਰ ਦੇ ਧੱਕੇ ਨਾਲ ਨਹੀਂ ਲੈ ਗਏ ਕਿ ਚੱਲ ਆ ਜਾ ਯਾਤਰਾ ਤੇ ਚੱਲੀਏ ਗੁਰਦੁਆਰੇ ਸਾਹਿਬਾਂ ਦੀ? ਮਹਾਰਾਜ ਸੱਚੇ ਪਿਤਾ ਕਹਿੰਦੇ ਦੇਖਾ ਦੇਖੀ ਸੁਆਂਗ ਧਰ,
ਬਸ ਦੇਖਾ ਦੇਖੀ ਮੱਝ ਕਹਿੰਦੇ ਧਰਮ ਦੇ ਕਰਮ ਕਰਨੇ ਸ਼ੁਰੂ ਕੀਤੇ। ਭੁੱਲੇ ਭਟਕਾਂ ਖਾਹੇ ਪਰ ਸੱਚ ਏਵੇਂ ਉਹ ਭੁੱਲੇ ਰਹਿੰਦੇ ਨੇ ਤੇ ਮਨ ਤੇ ਤਨ ਕਰਕੇ ਭਟਕਦੇ ਰਹਿੰਦੇ, ਜਿਹਨੂੰ ਅੱਜ ਗੁਰੂ ਸਾਹਿਬ ਕਹਿੰਦੇ ਮਨ ਹੱਠ ਭੇਖ ਕਰ ਭਰਮ ਦੇ। ਤੇ ਇਹ ਦੇਖੋ, ਕਿਉਂਕਿ ਕਥਾ ਰਿਕਾਰਡ ਹੁੰਦੀ ਹੈ, ਪੁਰਾਣੇ ਸਮਿਆਂ 'ਚ ਲੋਕ ਪੱਥਰ ਦੀਆਂ ਮੂਰਤੀਆਂ ਲੈ ਕੇ ਤੇ ਉਸ ਪ੍ਰਮਾਤਮਾ ਨੂੰ ਜਪਦੇ ਸੀ। ਅੱਜ ਅਸੀਂ ਵੀ ਪੈਸੇ ਦੇ ਕੇ ਘਰਾਂ 'ਚ ਪਾਠ ਧਰਾ ਲੈਂਦੇ ਹਾਂ, ਅਸੀਂ ਕੋਈ ਦੂਰ ਥੋੜੀ ਚੱਲ ਗਏ ਹਾਂ। ਸਾਡੀ ਵੀ ਕੈਟਾਗਰੀ ਉੱਥੇ ਹੀ ਆ ਗਈ ਆ। ਉਹ ਪੱਥਰ ਨੂੰ ਲੈ ਕੇ ਮੁੱਲ ਤੇ ਪੂਜਦੇ ਸੀ, ਬਾਣੀ ਮੁੱਲ ਲੈ ਕੇ ਘਰਾਂ 'ਚ ਪੜ੍ਹਾ ਰਹੇ ਹਾਂ। ਅਸੀਂ ਬਾਣੀ ਨੂੰ ਕੇਵਲ ਇੱਕ ਫਿਰਕੇ ਨਾਲ ਜੋੜ ਦਿੱਤਾ ਅੱਜ, ਕਿ ਕੀਰਤਨ ਕਰਨਾ ਤੇ ਰਾਗੀ ਸਿੰਘਾਂ ਦਾ ਹੀ ਕੰਮ ਹੈ ਜੀ, ਪਾਠ ਕਰਨੇ ਤੇ ਪਾਠੀਆਂ ਦਾ ਕੰਮ ਆ, ਅਸੀਂ ਤੇ ਆਪਣੇ ਬੱਚੇ ਪੜ੍ਹਾਉਣੇ ਆ, ਸਾਨੂੰ ਹੋਰ ਹੀ ਨਹੀਂ ਕੰਮ ਮੁੱਕਦੇ, ਇਹ ਤੇ ਵਿਹਲਿਆਂ ਦਾ ਕੰਮ ਹੈ। ਨਹੀਂ, ਮੱਝ ਕਹਿੰਦੇ ਫਿਰ ਮੁੱਲ ਲੈ ਕੇ ਪੱਥਰ ਦੀ ਮੂਰਤੀ ਦੀ ਪੂਜਾ ਕਰਨ ਵਾਲੇ ਤੇ ਸੱਚ ਏਵੇਂ 400 ਭੇਟਾ ਦੇਣ ਵਾਲੇ ਜਿਹੜੇ ਲੋਕ ਨੇ, ਉਹਨਾਂ ਵਿੱਚ ਬਹੁਤਾ ਫਰਕ ਨਾ ਜਾਣਿਓ। ਇਹ ਉੱਥੇ ਹੀ ਆ ਕੇ ਡਿੱਗ ਗਏ ਆ ਸਾਡਾ ਕਿਰਦਾਰ ਵੀ। ਮੱਝ ਸੱਚੇ ਪਿਤਾ ਕਹਿੰਦੇ ਇਸ ਹੱਠ ਨਾਲ ਕਦੇ ਪ੍ਰਮਾਤਮਾ ਨਹੀਂ ਮਿਲਣਾ, ਕਿਉਂਕਿ ਸਭ ਕੁਝ ਕੀਤਾ। ਹੁਣ ਦੇਖੋ ਸੰਗਤ ਜੀ, ਇਹ ਗੱਲਾਂ ਸਾਨੂੰ ਸੁਣਨੇ ਪੈਣੀਆਂ। ਅਸੀਂ ਘਰਾਂ 'ਚ ਪਾਠ ਕਰਾਉਂਦੇ ਆ, ਕਾਹਦੇ ਲਈ? ਕੋਈ ਕਾਮਨਾ ਹੋਵੇਗੀ, ਕੋਈ ਘਰ 'ਚ ਮਰ ਗਿਆ ਜਾਂ ਕੋਈ ਵਿਆਹ ਹੈ। ਕੋਈ ਇਹ ਵੀ ਹੈ ਕਿ ਜਿਹੜਾ ਕਵੇ ਨਹੀਂ ਮੈਨੂੰ ਗੁਰੂ ਨਾਲ ਪਿਆਰ ਹੈ, ਮੈਂ ਪਿਆਰ ਕਰਕੇ ਪਾਠ ਕਰਾਉਣ ਲੱਗਾ। ਕੋਈ ਕਰੋੜਾਂ 'ਚ ਇੱਕ ਅੱਧਾ ਹੋਊਗਾ, ਕੋਈ ਇੱਕ ਅੱਧਾ ਜਿਹੜਾ ਕੇਵਲ ਸ਼ਰਧਾ 'ਚ ਪਿਆਰ 'ਚ ਪਾਠ ਕਰਾਵੇ, ਨਹੀਂ ਤੇ ਮਰਨੇ ਪਰਨੇ ਤੇ ਹੀ ਰਹਿ ਗਏ ਨੇ, ਮਾਫ ਕਰਿਓ। ਤਾਂ ਕਰਕੇ ਮਹਾਰਾਜ ਕਹਿੰਦੇ ਮਨ 'ਚ ਪ੍ਰੇਮ ਨਹੀਂ ਆਉਂਦਾ, ਤੇ ਜਦੋਂ ਪ੍ਰੇਮ ਨਾ ਆਵੇ ਫਿਰ ਗੁਰੂ ਸਾਹਿਬ ਕਹਿੰਦੇ ਉਹਦੀ ਪ੍ਰਾਪਤੀ ਨਹੀਂ। ਸਹਿ ਸਿਆਣਪ ਕਰ ਰਹੇ ਮਨ ਕੋਰਾ, ਮਨ ਤੇ ਕੋਰਾ ਹੀ ਰਹਿ ਗਿਆ, ਸਾਰਾ ਕੰਮ ਤੇ ਸਰੀਰ ਕਰਦਾ ਰਹਿ ਗਿਆ, ਮਨ ਤੇ ਚਾਹ ਹੀ ਨਹੀਂ ਆਇਆ ਕਿ ਮਨਾ। ਹੁਣ ਦੇਖੋ ਅਸੀਂ ਰੋਜ਼ ਨਾਮ ਦੀਆਂ ਗੱਲਾਂ ਨਹੀਂ ਕਰਦੇ, ਤੇ ਕਿੱਡੇ ਮੂਰਖ ਹੋਵਾਂਗੇ ਜੇ 5 ਮਿੰਟ ਕੱਢ ਹੀ ਨਹੀਂ ਰਹੇ। ਕਿੱਡੇ ਵੇਖੋ, ਅੱਧਾ ਘੰਟਾ ਬਹਿ ਕੇ ਮੈਂ ਸੁਣਾ ਜਾਣਾ, ਤੁਸੀਂ ਸੁਣ ਜਾਂਦੇ ਹੋ, ਤੇ ਜੇ ਚੌਂਕੜੇ ਨਹੀਂ ਨਾ ਵੱਜ ਰਹੇ ਤੇ ਸਾਡੇ ਤੋਂ ਵੱਡਾ ਮੂਰਖ ਕੋਈ ਨਹੀਂ। ਇੱਕ ਤਾਂ ਉਹ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ, ਜਿਹੜੇ ਆਉਣਾ ਹੀ ਨਹੀਂ ਚਾਹੁੰਦੇ ਇੱਧਰਲੇ ਪਾਸੇ, ਅਸੀਂ ਆ ਕੇ ਵੀ ਨਹੀਂ ਤੁਰਨਾ ਚਾਹੁੰਦੇ। ਫਿਰ ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਮੈਂ ਕਿਖਣ ਬਾਹਰ ਨਿਕਲਿਆ, ਮੱਝ ਕਹਿੰਦੇ ਐਵੇਂ 2 ਅੱਖਰਾਂ 'ਚ ਹੀ ਬਹੁਤਾ ਲੰਮਾ ਚੌੜਾ ਵਖਿਆਨ ਨਹੀਂ, 2 ਅੱਖਰਾਂ ਦੇ ਵਿੱਚ ਦੱਸੋ 52 ਕਵੀ ਬੈਠੇ ਨੇ ਸਾਹਮਣੇ ਕਿ ਇਸ ਧਰਤੀ ਤੇ ਸਭ ਤੋਂ ਵੱਡਾ ਮੂਰਖ ਕੌਣ ਹੈ। ਸਾਰੇ ਕਵੀਆਂ ਨੇ ਆਪਣੇ ਆਪਣੇ ਕਿਆਸ ਲਾਏ, ਕਿਸੇ ਨੇ ਕੋਈ ਇੱਕ ਤੁਕ 'ਚ ਗੱਲ ਕਹਿਣੀ ਚਾਹੀ ਕਿ ਇਹ ਮੂਰਖ ਹੈ, ਕਿਉਂਕਿ ਅਕਸਰ ਬੰਦਾ ਜਿਹਦਾ ਦਿਮਾਗ ਘੱਟ ਚੱਲੇ ਉਹਨੂੰ ਮੂਰਖ ਕਹਿੰਦੇ ਆ, ਜੋ ਹੋਰ ਹੀ ਤਰ੍ਹਾਂ ਦੀਆਂ ਹਰਕਤਾਂ ਕਰੇ ਸੀ ਕਹਿੰਦੇ ਆ ਮੂਰਖ ਬੰਦਾ, ਇਹਨੂੰ ਚੱਜ ਨਹੀਂ ਜ਼ਿੰਦਗੀ ਜਿਉਂਦਾ। ਮੱਝ ਕਹਿੰਦੇ ਮੈਨੂੰ ਤਸੱਲੀ ਨਹੀਂ ਹੋ ਰਹੀ। ਭਾਈ ਨੰਦ ਲਾਲ ਜੀ ਉੱਠੇ, ਭਾਈ ਨੰਦ ਲਾਲ ਜੀ ਨੇ ਇੱਕੋ ਗੱਲ ਕਹੀ, ਸਤਿਗੁਰੂ ਸਭ ਕੁਝ ਹੋਵੇ, ਅਕਲ ਲਤੀਫ ਹੋਵੇ, ਬੜੀਆਂ ਹਾਜ਼ਰ ਜਵਾਬੀ ਬੰਦਾ ਹੋਵੇ, ਬਹੁਤ ਕੁਝ ਉਹਦੇ ਕੋਲ ਹੋਵੇ, ਜੇ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ, ਇਸ ਧਰਤੀ ਤੇ ਉਹ ਤੋਂ ਵੱਡਾ ਮੂਰਖ ਕੋਈ ਨਹੀਂ। ਮਾਝ ਨੇ ਛਾਤੀ ਨਾਲ ਲਾ ਲਿਆ ਸੀ ਘੁੱਟ ਕੇ, ਤੇ ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ ਸੀ, ਨੰਦ ਲਾਲ ਤੂੰ ਧਰਮ ਦੇ ਸਿਖਰ ਨੂੰ ਪਾ ਲਿਆ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਵੀ ਇਹੀ ਕਹਿੰਦੀ ਹੈ, ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਉਹ ਤਾਂ ਭਾਈ ਸਿਰੇ ਦਾ ਮੂਰਖ ਹੈ, ਜਿਹਨੂੰ ਨਾਮ ਨੂੰ ਸੁਣ ਕੇ ਵੀ ਇਹ ਨਾ ਆਂਦੇ ਲੋ ਜੀ ਵਾਹਿਗੁਰੂ ਵਾਹਿਗੁਰੂ ਕਰਨਾ ਕੀ ਹੋਏਗਾ। ਨਹੀਂ, ਫਿਰ ਅਸੀਂ ਮੂਰਖਾਂ ਸੰਗਤ। ਮਾਝ ਸੱਚੇ ਪਿਤਾ ਕਹਿੰਦੇ ਕੋਰੇ ਆ ਅਸੀਂ ਅੰਦਰੋਂ। ਹੁਣ ਜਦੋਂ ਇਹ ਬਚਨ ਅਸੀਂ ਪੜਿਆ, ਫਿਰ ਕੂੜ ਕਪਟ ਕਿਨੈ ਨਾ ਪਾਇਓ, ਸੱਚ ਏਵੇਂ ਜੋ ਬੀਜੈ ਖਾਵੈ ਸੋਏ। ਜਦੋਂ ਅਸੀਂ ਇਹ ਬਚਨ ਪੜ੍ਹਦੇ ਆ ਨਾ, ਤੇ ਇੱਕ ਅੰਗਦ ਗੁਰੂ ਤੇ ਪਿਤਾ ਮਹਾਰਾਜ ਦਾ ਸ਼ਬਦ ਹੈ ਜੀ, ਮਨ ਹੱਠ ਤੇ ਉਹਨਾਂ ਦੀ ਬੜੀ ਭਾਵਪੂਰਕ ਉਹਨਾਂ ਨੇ ਉੱਥੇ ਗੱਲ ਕਹੀ। ਵੇਖੋ ਕਮਾਲ ਲੈਣਾ ਗੁਰੂ ਦੀ ਮਿਹਰ ਹੈ। ਉੱਥੇ ਬਾਬਾ ਜੀ ਕਹਿੰਦੇ ਨੇ ਕਿ ਮਨ ਹੱਠ ਤਰਫ ਨਾ ਜਿਪਈ, ਜਿਪਈ ਪਾਠ ਜੱਜੇ ਨੂੰ ਇਹ ਸਿਹਾਰੀ ਨਾਲ। ਤੇ ਜੇ ਅਸੀਂ ਜਪਈ ਪੜ੍ਹ ਦਾਂਗੇ ਤੇ ਅਰਥ ਬਦਲ ਜਾਣਗੇ। ਜਪਈ ਦਾ ਭਾਵ ਹੋ ਜਾਏਗਾ ਨਾਮ ਨੂੰ ਜਪਣਾ, ਬਾਣੀ ਦਾ ਜਾਪ ਕਰਨਾ, ਪਰ ਜਿਪਈ ਦਾ ਪਾਠ ਹੈ ਜਿਨ੍ਹਾਂ ਨੇ ਜਿੱਤ ਲਿਆ। ਗੁਰੂ ਸਾਹਿਬ ਕਹਿੰਦੇ ਦੇਖੋ 2 ਪਾਸੇ ਨੇ, ਇੱਕ ਪਾਸਾ ਹੈ ਨਾਮ ਦਾ ਪਾਸਾ, ਬੰਦਗੀ ਦਾ ਪਾਸਾ ਕਿ ਗੋਬਿੰਦ ਮਿਲਨ ਕੀ ਤੇਰੀ ਬਰੀਆ, ਤੇ ਇੱਕ ਪਾਸਾ ਹੈ ਐਸੋ ਇਸ਼ਰਤ ਦੀ ਜ਼ਿੰਦਗੀ ਭੋਗਣੀ, ਸੰਸਾਰੀ ਪਾਸਾ। ਰਾਹ 2 ਹੀ ਨੇ। ਗੁਰੂ ਦੀ ਬਾਣੀ ਨੇ 2 ਹੀ ਰੁੱਤਾਂ ਮੰਨੀਆਂ, ਬੇਸ਼ੱਕ 12 ਮਹੀਨਿਆਂ 'ਚ 6 ਰੁੱਤਾਂ ਹੁੰਦੀਆਂ ਨੇ। ਮੱਝ ਸੱਚੇ ਪਿਤਾ ਕਹਿੰਦੇ ਪਰ ਜੇ ਤੁਸੀਂ ਸਰੀਰ ਦੀਆਂ ਰੁੱਤਾਂ ਮੰਨੋ ਤੇ 2 ਹੀ ਨੇ। ਮਰਜੀ ਕਿਹੜੀਆਂ ਸਾਨੂੰ ਦੱਸ ਦਿਓ। ਗੁਰੂ ਸਾਹਿਬ ਕਹਿੰਦੇ ਇੱਕ ਰੁੱਤ ਹੈ ਬੰਦਗੀ ਦੀ ਤੇ ਇੱਕ ਰੁੱਤ ਹੈ ਬੰਦਗੀ ਤੋਂ ਮੂੰਹ ਮੋੜਨ ਦੀ। ਬਸ 2 ਹੀ।
बिन नामै मात सच्चे पिता जी कहते होर रुत है ही नहीं साडे घर च, बस दो ही रुतां, जां ते बंदगी वाले पासे लोग आवणगे ते जां बेमुख हो के जिंदगी भोगणगे। हुण इत्थे भी गुरु साहब ये कृपा वरता रहे ने मात सच्चे पिता जी कहते मन हठ तरफ ना जिपई, जिन्हां ने अपना पासा मन हठ वाले पासे कर लिया वो कदे भी मनुखा जन्म की बाजी नहीं जित सकते, कदे भी वो धर्मी पासा नहीं जित सकते। मन हठ तरफ ना जिपई, सतगुरु सच्चे पिता जी कहते ने उथे कि थके कर्म कमाए, कहते असी वो भेखां विच पै के थक जाने आ, पर तरफ जिन्ना सत भाओ दे, पर जिन्हां ने अपना पासा संगत जी सत ते भाव वाले पासे कर लिया। भाव दा भाव की है? प्रेम। सत दा भाव है सच। जिन्हां ने अपने मन दा पासा, जीवन दा पासा सच नाल गुरबाणी नाम गुरु सहबाना गुर इतिहास दे प्रेम च कीता, नानक शब्द विचार, ते जिन्हां ने शब्द दी विचार कीती सच एवे ओ इस जन्म नू जित के गए। मात सच्चे पिता कहंदे कि तरफ जिन्हें सत भाओ दे, जिन्हां ने अपना पासा सत भाओ ते गुरबाणी दी विचार वाल कीता, जिन्हें दा भावे वो जिंदगी दी बाजी जित गए। पर जेडे कर्म कांडां च पए रहे उन्हां दे परथाए फिर गुरु साहब दा एक बड़ा सोहना प्रमाण है। मात जी कहंदे वेखो मन हठ किन्ने ना पायो। हुण मन हठ किहड़े ने? उन्हां विच बड़ी लिस्ट गिनाई गुरु साहब ने। गुरु जी कहंदे पूजा वर्त तिलक इशनाना पुन दान बहु दैन। कोई बंदा कहे मैं जी बड़ी पूजा करदा है, गुरु ग्रंथ साहब पूजन का विषय नहीं। जे पूजन का विषय होंदा ते महाराज अपनियां मूर्तियां स्थापित कर दिंदे, सानू शब्द दे लड़ ना लांदे। शब्द की कदे पूजा नहीं हुंदी, शब्द की विचार हुंदी है। सतगुरु पिता जी कहंदे महाराज जी जदों असीं ये बचन गुरु साहब दा पढ़दे हां कि पूजा वर्त तिलक इशनाना पुन दान बहु दैन, वेखो अर्थ सौखे ने। कहूँ ना भीजै संजम स्वामी ना पायो। मज कहंदे दान भी कीते, पुन भी कीते, वर्त भी रख के वेख ले, पूजा तिलक भी मत्थे ते ला के वेखे, भाव कि हर एक धर्मी भेख नूं गुरु साहब कहंदे पर कहूँ ना भीजै संजम स्वामी बोलै मीठे बैन। गुरु साहब कहंदे मिठा बोलना एक चंगा गुण हो सकता है, पर रब की प्राप्ति इदां भी नहीं हुंदी। प्रभ जी को नाम जपत मन चैन। जे गुरु साहब नूं पुछो ना महाराज जी तत की आ कि असीं परमात्मा नूं जप लईए, फिर महाराज कहंदे बस ओदी बंदगी करो ते तां रब नूं चैन आउंदा, इदां नहीं आउंदा। देखो चैन शब्द साडे बड़ा नेड़े है जिंदगी दे। बहु प्रकार खोजै सब ताको, मन हट किन्ने ना पायो। बहु प्रकार खोजै सब ताको, बिखम ना जाई लैन। एक पासे बहुत तुसी ना प्रमाण ध्यान नाल सुनियो, बाद च उदाहरण देनी तुसी आप समझोगे कि वाकई बिखम ना जाई लैन। अत दे बिखम करके वेख लो काम, ते एक पासे अपनी उसे ही बैड दी रजाई च चौंकड़ा मार के गुरु गुरु कर लो, सब कुछ ही प्राप्त हो जाएगा। कुछ औखा करन दी लोड़ नहीं। मात सच्चे पिता कहंदे गुरु साहब जी ने इत्थे ना जैन धर्म दी उदाहरण दित्ती। जाप ताप ब्राह्मण बसदा कर उर्द ताप लै गैन। वेखो ये है मन हट कि पुठे लटक के बंदगी करनी, सारी उम्र जाप ताप करी जाने किसे मंत्र दे किसे होर दे, इनू गुरमंत्र नाल नहीं लैना। उर्द ताप लै गैन ते सारी उम्र धरती दा ही रटन करी जाना जी मैं ते बस सफर च ही रहना। गुरु साहब कहंदे एह विद नह पतियां नू ठाकुर जोग जुगत कर जैन। जैनी लोग ना सिर दियां जूआं नहीं कटदे, कहंदे भी रब दे जी आ। जैनी लोग पानी पुण के पींदे आ, किते अंदर किते रब दा जी ना चल जे, माफ करियो जदों किरिया सोहदे ना उन्होंने भी खिलार के चल जांदे च जी ने। महाराज कहंदे ओए किहड़े धर्मां 'च तुसीं पए हो? गुरु साहब कहंदे इह तां रब दी प्राप्ति नहीं हो सकदी, जोग जुगत कर जैन। हुण देखो साडे च भी इहो जे बड़े हुंदे जी वार वार ही हत्थ धोई जाणगे। महाराज सच्चे पिता कहंदे हत्थां दीयां मैल लैण वालिया, कहंदे साबण नाम दा लैके मन दी मैल लाउंदा तेरी जिंदगी बदल जाती। पर असीं शरीरां नूं ही कर्म कर करके ते सोच लिया कि असीं बहुत धर्मी आ। नहीं, गुरु साहब कहंदे इदां नहीं। महाराज कहंदे विद नै पतियां नूं ठाकुर, ये तुहानूं तत दस रहे हैं बाणी दा कि रब देखो जरूरी नहीं सिੱਖੀ किसे धर्म च होईए। महाराज कहंदे रब नहीं भतीजना, हाँ करामातां बहुत मिल जाणगीਆਂ तुहानूं, शक्तियां दी प्राप्ति हो जाएगी। अगे थलड़ियां दो तुक्कां पढ़ो, कमाल करती जी। अमृत नाम निर्मोलक हर जस,
ਜਿਸ ਤਿਸ ਪਾਇਓ ਜਿਸ ਕਿਰਪੈਨ। ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਜੇ ਤੇ ਗੁਰੂ ਦੀ ਕਿਰਪਾ ਹੋ ਜੇ ਤੇ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜੇ ਇਸ ਕਲਯੁਗ ਦੇ ਅੰਦਰ, ਫਿਰ ਸਾਧ ਸੰਗ ਰੰਗ ਪ੍ਰਭ ਭੇਟੇ। ਵੇਖੋ ਇੱਥੇ ਤੁਸੀਂ ਪੜਿਆ ਕਿ ਮਨ ਹਟ ਕਿਨੈ ਨਾ ਪਾਇਓ, ਪਰ ਇਧਰ ਜੇ ਗੁਰੂ ਦੀ ਰਹਿਮਤ ਦੇ ਪਾਤਰ ਬਣ ਕੇ ਨਾਮ ਦਾ ਅਭਿਆਸ ਕਰੀਏ ਤੇ ਸੰਗਤ ਵਿੱਚ ਆ ਕੇ ਉਹ ਪ੍ਰੇਮ ਦਾ ਰੰਗ ਚੜ੍ਹਦਾ, ਜਿਸ ਪ੍ਰੇਮ ਰੰਗ ਵਿੱਚੋਂ ਬੰਦਗੀ ਦੀ ਦਾਤ ਪ੍ਰਾਪਤ ਹੁੰਦੀ ਹੈ। ਸਾਧ ਸੰਗ ਰੰਗ ਪ੍ਰਭ ਭੇਟੇ। ਹੁਣ ਕਹਿੰਦੇ ਪ੍ਰਭ ਭੇਟੇ ਦਾ ਭਾਵ ਉਹ ਰੱਬ ਦੀ ਪ੍ਰਾਪਤੀ ਹੋ ਗਈ, ਜਿਹਨੂੰ ਹੱਠ ਕਰਕੇ ਲੱਭਦੇ ਸੀ ਉਹ ਤੇ ਸਹਿਜੇ ਹੀ ਮਿਲ ਗਿਆ। ਉਹ ਤੇ ਮਾਂ ਘਰ ਦੇ ਭਾਂਡੇ ਮਾਂਜਦੀ, ਪੋਚੇ ਲਾਉਂਦੀ, ਰੋਟੀਆਂ ਪਕਾਉਂਦੀ, ਗੁਰੂ ਗੁਰੂ ਕਰਦੀ, ਤੇ ਉਹ ਤੇ ਬਹੁਤ ਪ੍ਰਮਾਤਮਾ ਨੂੰ ਪਾ ਕੇ ਬਹਿ ਗਈ। ਇੱਕ ਪਾਸੇ ਜੋਗੀ ਘਰ ਛੱਡ ਕੇ ਜੰਗਲਾਂ 'ਚ ਚਲੇ ਗਏ, ਘਾਹ ਫੂਸ ਖਾਂਦੇ ਆ, ਉਹਦੇ ਨਾਲੋਂ ਤੇ ਸਾਡੇ ਜ਼ਿਮੀਂਦਾਰ ਚੰਗੇ, ਵੱਟਾਂ ਮੋੜਦੇ ਆ ਵੀ ਜਿਹੜੇ ਗੁਰੂ ਗੁਰੂ ਕਰ ਜਾਣ, ਟਰੈਕਟਰ ਤੇ ਬਹਿ ਕੇ ਵੀ ਜਿਹੜੇ ਗੁਰੂ ਗੁਰੂ ਕਰ ਜਾਣ। ਮਹਾਰਾਜ ਸੱਚੇ ਪਿਤਾ ਨੇ ਇਹੋ ਜਿਹੇ ਸਾਨੂੰ ਬਣਾਏ ਆ। ਸੰਗਤ ਜੀ, ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰਹਿਣ। ਰਹਿਣ ਦਾ ਭਾਵੇਂ ਰਾਤ। ਇਹ ਸਾਰੀ ਉਮਰ ਜ਼ਿੰਦਗੀ ਦੀ ਸੰਗਤ ਜੀ ਸੁਖੀ ਬਤੀਤ ਹੁੰਦੀ। ਇਹਨੂੰ ਥੋੜਾ ਜਿਹਾ ਹੋਰ ਖੋਲੋ ਬਾਣੀ 'ਚ, ਤੇ ਬਾਬਾ ਨਾਮਦੇਵ ਜੀ ਦਾ ਨਾ ਇੱਕ ਸ਼ਬਦ ਹੈ ਬੜਾ ਪਿਆਰਾ। ਬਾਬਾ ਜੀ ਕਹਿੰਦੇ ਬਨਾਰਸੀ ਤਪ ਕਰੈ ਮਨ ਹਠ। ਕਿਹਨੂੰ ਕਹਿੰਦੇ? ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ, ਅਸੁ ਮੇਦ ਜਗ ਕੀਜੈ, ਸੋਨਾ ਗਰਭ ਦਾਨ ਦੀਜੈ। ਪਰ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਰਾਮ ਨਾਮ ਸਰ ਤਉ ਨਾ ਬੁਝੈ। ਹੁਣ ਇਹ ਤੁਸੀਂ ਪ੍ਰਮਾਣ ਸੋਨੇ ਦੇ ਅਰਥ ਸੁਣਿਓ। ਅੱਜ ਵੀ ਤੇ ਪੁਰਾਣੇ ਸਮਿਆਂ 'ਚ ਖਾਸ ਕਰਕੇ, ਵੈਸੇ ਗੋਰਿਆਂ ਨੇ ਜਦੋਂ ਇਸ ਦੇਸ਼ ਦੀ ਕਹਿ ਲੋ ਕਬਜ਼ਾ ਕੀਤਾ ਨਾ, ਤੇ ਉਹਨਾਂ ਨੇ ਆਲਾ ਚੁਕਾਇਆ ਸੀ। ਤੁਸੀਂ ਅੱਜ ਵੀ ਤੁਸੀਂ ਦੇਖਿਓ ਜਾ ਕੇ ਬਨਾਰਸੀ ਤਪ ਕਰੇ। ਕੋਈ ਬੰਦਾ ਕਵੇ ਮੈਂ ਬਨਾਰਸ 'ਚ ਜਾ ਕੇ ਬਹੁਤ ਤਪ ਕਰਦਾ ਜੀ, ਉਲਟ ਤੀਰਥ ਮਰੈ। ਇਹਦਾ ਭਾਵੇਂ ਤੀਰਥਾਂ ਤੇ ਜਾ ਕੇ ਪੁੱਠੇ ਲਟਕ ਕੇ ਕਸ਼ਟ ਸਹਾਰ ਕੇ ਆਪਣੇ ਆਪ ਨੂੰ ਮਾਰ ਦੇਣਾ। ਅਗਨ ਦਹੈ, ਪੁਰਾਣੇ ਸਮਿਆਂ 'ਚ ਘਰ ਵਾਲਾ ਮਰ ਜਾਣਾ ਤੇ ਸਤੀਆਂ ਹੋਣੇ ਪੈਂਦੀਆਂ ਸੀ ਨਾਲ ਦੀਆਂ ਔਰਤਾਂ ਨੂੰ, ਕਿ ਬਲਦੀ ਅੱਗ 'ਚ ਆਪਣੇ ਆਪ ਨੂੰ ਸਾੜ ਦੇਣਾ। ਇਹ ਤੋਂ ਵੱਡਾ ਹੱਠ ਕੀ ਹੋ ਸਕਦਾ ਕਿ ਰੱਬਾ ਮੈਨੂੰ ਮਿਲ ਪੈ, ਨਹੀਂ ਤੇ ਮੈਂ ਅੱਗ 'ਚ ਸੜਨ ਲੱਗਾ। ਮਰਜ ਕਹਿੰਦੇ ਇਦਾਂ ਦਾ ਕੁਝ ਨਾ ਕਰ, ਸਿੱਖ ਧਰਮ ਦੇ ਅੰਦਰ ਇਹ ਕੁਝ ਨਹੀਂ ਹੈਗਾ। ਫਿਰ ਅਗਨ ਦਹੈ ਕਾਇਆ ਕਲਪ ਕੀਜੈ। ਕਾਇਆ ਕਲਪ ਕਹਿੰਦੇ ਜੋਗ ਦੇ ਆਸਣ ਸੇਕੇ ਤੇ ਉਮਰਾਂ ਵਧਾ ਲੈਣੀਆਂ। ਅੱਜ ਵੀ ਤੁਹਾਨੂੰ ਬੜੇ ਇਹੋ ਜਿਹੇ ਜੋਗੀ ਮਿਲਣਗੇ 10-10 ਹਜ਼ਾਰ ਸਾਲ ਜਿੰਦੇ ਨੇ। ਕਿਉਂ? ਸਵਾਸ ਚੜਾਣੇ ਸਿੱਖ ਲੈਂਦੇ ਨੇ ਉਹ। ਮਹਾਰਾਜ ਕਹਿੰਦੇ ਇਦਾਂ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ। ਅਸੁ ਮੇਦ ਜਗ ਕੀਜੈ। ਅਸ ਕਹਿੰਦੇ ਘੋੜੇ ਨੂੰ, ਘੋੜਾ ਵੱਢ ਕੇ ਉਹਦੀ ਬਲੀ ਦੇ ਦੇਣੀ, ਜਿਉਂਦੇ ਦਾ ਦਾਨ ਕਰ ਦੇਣਾ। ਸੋਨਾ ਗਰਭ ਦਾਨ ਦੀਜੈ। ਸੰਗਤ ਜੀ, ਸੋਨਾ ਗਰਭ ਦਾਨ ਦਾ ਭਾਵ ਪਤਾ ਕੀ ਹੈ? ਜਿਹੜੇ ਚਲੋ ਇਹ ਪੁਜਾਰੀਵਾਦ ਹੁੰਦਾ ਨਾ, ਫਰੂਟ ਵਿੱਚ ਪਾ ਕੇ ਨਾ, ਵੱਡਾ ਕੋਈ ਕਹਿ ਲੋ ਕੋਈ ਵੀ ਪ੍ਰਕਾਰ ਦਾ, ਉਹਦੇ ਵਿੱਚ ਪਾ ਕੇ ਸੋਨੇ ਨੂੰ ਦਾਨ ਕਰਨਾ, ਇਹਨੂੰ ਗੁਪਤ ਦਾਨ ਮੰਨਿਆ ਜਾਂਦਾ ਸੀ ਕਿ ਦੇਣ ਵਾਲੇ ਨੂੰ ਤੇ ਲੈਣ ਵਾਲੇ ਨੂੰ ਪਤਾ ਹੋਵੇ, ਤੀਜੇ ਨੂੰ ਨਹੀਂ ਪਤਾ ਹੋਵੇ। ਇਦਾਂ ਦੇ ਦਾਨ ਵੀ ਚੱਲਦੇ ਸੀ ਬਨਾਰਸ ਦੀ ਧਰਤੀ ਤੇ। ਮਹਾਰਾਜ ਸੱਚੇ ਪਿਤਾ ਕਹਿੰਦੇ ਸੋਨਾ ਗਰਭ ਦਾਨ ਦੀਜੈ, ਪਰ ਰਾਮ ਨਾਮ ਸਰ ਤਉ ਨਾ ਪੂਜੈ। ਇੰਨਾ ਕੁਝ ਕਰਕੇ ਵੀ ਜੇ ਤੁਸੀਂ ਪ੍ਰਮਾਤਮਾ ਦੀ ਭਗਤੀ ਕਰੋ, ਕੋਈ ਰਾਮ ਜਪੇ, ਅੱਲਾ ਜਪੇ, ਖੁਦਾ ਜਪੇ, ਗੋਡ ਜਪੇ, ਵਾਹਿਗੁਰੂ ਜਪੇ, ਕ੍ਰਿਸ਼ਨ ਜਪੇ, ਕੁਝ ਜਪੇ, ਮਹਾਰਾਜ ਕਹਿੰਦੇ ਰੱਬ ਦੇ ਨਾਮ ਦੇ ਤੋਲ ਨਹੀਂ ਹੈ ਕੀਤੇ ਕਰਮ ਕਾਂਡ। ਇੰਨਾ ਦੁੱਖ ਸਹਾਰਨਾ। ਕਿਉਂਕਿ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਕਿ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ। ਐਵੇਂ ਹੰਕਾਰ ਨਾ ਕਰ ਮੈਂ ਬੜਾ ਧਰਮੀ ਆ। ਗੁਰੂ ਸਾਹਿਬ ਕਹਿੰਦੇ ਹਰ ਕਾ ਨਾਮ ਨਿਤ ਨੀਤੈ ਲੀਜੈ, ਮੈਂ ਤਾਂ ਮੰਨਾ ਜੇ ਤੂੰ ਗੁਰੂ ਗੁਰੂ ਕਰੇ। ਹੁਣ ਇਹ ਚਲੋ ਤੁਸੀਂ ਫਿਰ ਪ੍ਰਮਾਣ ਸੁਣਿਓ। ਮਨ ਹਟ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹਟ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੈ ਪਾਏ। ਮਾਇਆ 'ਚ ਸੁਰਤ ਰਹੀ ਤੇ ਦੁੱਖ ਪਾਇਆ, ਭੇਖ 'ਚ ਪਏ, ਭਰਮ ਦੇ ਰੇ ਰੱਬ ਨਹੀਂ ਮਿਲਿਆ। ਸੰਗਤ ਜੀ, ਬਾਜਾਂ ਵਾਲੇ ਦੇ ਜੀਵਨ 'ਚ ਇੱਕ ਬੜੀ ਪਿਆਰੀ ਘਟਨਾ। ਕਹਿੰਦੇ ਇੱਕ ਵਾਰ ਨਾ ਸਤਿਗੁਰੂ ਜੀ ਕੋਲ ਇੱਕ ਸੰਨਿਆਸੀਆਂ ਦਾ ਵੱਡਾ ਟੋਲਾ ਆਇਆ। ਮਹਾਰਾਜ ਨੂੰ ਆ ਕੇ ਨਾ, ਕਈ ਵਾਰੀ ਕੀ ਹੁੰਦਾ ਸੰਗਤ ਜੀ, ਖੋਟਾ ਢਬੂਆ ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਜਦੋਂ ਸਰਾਫੇ ਦੇ ਹੱਥ ਚੜਦਾ ਨਾ ਤੇ ਉਹਦਾ ਅੰਦਰ ਦਾ ਬਾਜ ਖੁੱਲ ਜਾਂਦਾ। ਹੁਣ ਇਹਦੇ ਅਰਥ ਇਹ ਨੇ ਕਿ ਉਹ ਇਹ ਸ਼ੇਖੀ ਮਾਰਨ ਆਏ ਸੀ ਕਿ ਅਸੀਂ ਆਪਣੀ ਵਡਿਆਈ ਕਰਾਂਗੇ, ਅਸੀਂ ਦੱਸਾਂਗੇ ਗੁਰੂ ਸਾਹਿਬ ਨੂੰ ਜਾ ਕੇ ਅਸੀਂ ਘਰ-ਬਾਰ ਛੱਡਿਆ,
ਅਸੀਂ ਸੰਨਿਆਸ ਧਾਰਿਆ, ਅਸੀਂ ਕੇਵਲ ਸਰੀਰ ਤੋਂ ਇਲਾਵਾ ਕਿਸੇ ਹੋਰ ਚੀਜ਼ ਦਾ ਮੋਹ ਨਹੀਂ ਕਰਦੇ। ਜਦੋਂ ਸਰਦੀ ਗਰਮੀ ਆਵੇ, ਕੋਈ ਬਸਤਰ ਦੀ ਲੋੜ ਪਵੇ ਤੇ ਆਪਾਂ ਗ੍ਰਸਤੀਆਂ ਦੇ ਕੋਲ ਜਾਂਦੇ ਆ ਤੇ ਪ੍ਰਭੂ ਉਹਨਾਂ ਨੂੰ ਮਿਹਰਮਤ ਦੇ ਘਰ ਚ ਲਿਆਂਦਾ ਤਾਂ ਸਾਡੀ ਲੋੜ ਪੂਰੀ ਕਰ ਦਿੰਦੇ ਆ। ਇਦਾਂ ਆ ਕੇ ਆਪਣੇ ਸੰਨਿਆਸ ਮਤ ਦੀਆਂ ਬੜੀਆਂ ਵਡਿਆਈਆਂ ਕਰਨ ਲੱਗੇ। ਗੁਰੂ ਸਾਹਿਬ ਜੀ ਨੂੰ ਕਹਿੰਦੇ ਆ, ਵੇਖੋ ਅਸੀਂ ਤਨ ਤੇ ਕੋਈ ਬਹੁਤੀ ਗੋਦੜੀ ਨਹੀਂ ਪਾਈ, ਸਾਡੇ ਕੋਲ ਕੇਵਲ ਸਾਡਾ ਜਿਹੜਾ ਹੈ ਉਹ ਇੱਕ ਤਾਸਾ ਹੈ, ਜਾਂ ਹੋਰ ਉਹਨਾਂ ਦੇ ਕੋਲ ਜਿਹੜੀਆਂ ਜਿਵੇਂ ਕਹਿ ਲਓ ਕਿ ਸਮਾਨ ਹੁੰਦਾ, ਪੋਥੀ ਹੁੰਦੀ ਆ ਇੱਕ, ਜਾਂ ਹੋਰ ਉਹਨਾਂ ਦੇ ਕੋਲ ਡੰਡਾ ਹੁੰਦਾ ਜਿਹਨੂੰ ਅਸੀਂ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਦੀ ਗੱਲ ਕਰਦੇ ਆ। ਮਹਾਰਾਜ ਜੀ ਅਸੀਂ ਕਿਸੇ ਚੀਜ਼ ਨਾਲ ਮੋਹ ਨਹੀਂ ਰੱਖਦੇ। ਗੁਰੂ ਸਾਹਿਬ ਕਹਿੰਦੇ ਬੜੀ ਚੰਗੀ ਗੱਲ ਹੈ। ਤੇ ਮਹਾਰਾਜ ਜੀ ਨੂੰ ਨਾ ਗੱਲਾਂ ਕਰਦੇ ਕਰਦੇ ਕਹਿੰਦੇ ਸਿਆਲ ਆਉਣ ਵਾਲਾ ਹੈ, ਅਸੀਂ ਤੁਹਾਡੇ ਕੋਲ ਆਏ ਆ, ਹੁਣ ਤੁਸੀਂ ਵੀ ਸਾਡੇ ਨਾਲ ਗਰਮ ਕੱਪੜਿਆਂ ਥੋੜਾ ਜਿਹਾ ਪ੍ਰਬੰਧ ਕਰ ਦਿਓ, ਕਿਉਂਕਿ ਸਾਡੇ ਕੋਲ ਤੇ ਪੈਸਾ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਬਿਲਕੁਲ। ਗੁਰੂ ਸਾਹਿਬ ਕਹਿੰਦੇ ਇਦਾਂ ਕਰੋ, ਲੰਗਰ ਗੁਰੂ ਦਾ ਤਿਆਰ ਹੈ, ਤੁਸੀਂ ਆਪਣੀ ਪੋਥੀ, ਆਪਣਾ ਇਹ ਜਿਹੜਾ ਤਾਸਾ ਹੈ, ਚਿੱਪੀਆਂ ਨੇ, ਕੁਠਾਰੀਆਂ ਨੇ, ਇਹ ਸਾਡੇ ਕੋਲ ਰੱਖ ਜਾਓ ਤੇ ਤੁਸੀਂ ਲੰਗਰ ਛਕ ਕੇ ਆਓ, ਫਿਰ ਅਸੀਂ ਤੁਹਾਨੂੰ ਬਹੁਤ ਸੁਗਾਤਾਂ ਦੇ ਕੇ ਭੇਜਾਂਗੇ। ਉਹ ਕਹਿੰਦੇ ਜੀ 7 ਬਚਨ। ਹੁਣ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਹਨੂੰ ਤੁਸੀਂ ਚਲਾਕੀ ਨਾਲ ਜਿੱਤਣ ਆਏ ਹੋ ਅੰਤਰਜਾਮੀ ਸਤਿਗੁਰੂ ਹੈ। ਉਹ ਲੰਗਰ ਛਕਣ ਚੱਲ ਗਏ। ਸਤਿਗੁਰੂ ਨੇ ਸਿੰਘਾਂ ਨੂੰ ਆਵਾਜ਼ ਮਾਰੀ। ਮਹਾਰਾਜ ਕਹਿੰਦੇ ਆ ਪੋਥੀ ਨਾਲ ਜਿਹੜਾ ਕੱਪੜਾ ਲਪੇਟਿਆ ਨਾ, ਇਹਨੂੰ ਪਾੜੋ ਚੰਗੀ ਤਰ੍ਹਾਂ। ਸੰਗਤ ਜੀ ਜਦੋਂ ਪੋਥੀ ਨਾਲ ਉਹ ਕੱਪੜਾ ਪਾੜਿਆ ਤੇ ਸੋਨੇ ਦੀਆਂ ਮੋਹਰਾਂ ਵਿੱਚ ਗੁਰੂ ਸਾਹਿਬ ਕਹਿੰਦੇ ਆ ਜਿਹੜੀਆਂ ਚਿੱਪੀਆਂ ਲੈ ਕੇ ਆਏ ਨਾ, ਇੱਕ ਮੈਂ ਸ਼ਬਦ ਪੜਿਆ ਸੰਗਤ ਜੀ, ਉਹਦੇ ਵਿੱਚ ਇਹ ਲਿਖਿਆ ਕਿ ਇੱਕ ਗੂੰਦ ਹੁੰਦੀ ਹੈ, ਜਿਵੇਂ ਰੁੱਖਾਂ ਦੀ ਅਸੀਂ ਆਮ ਨਹੀਂ ਪਹਿਲੇ ਸਮੇਂ 'ਚ ਕਾਪੀਆਂ ਜੋੜ ਲੈਣੀਆਂ ਗੂੰਦਾਂ ਨਾਲ। ਮਹਾਰਾਜ ਕਹਿੰਦੇ ਥੱਲੇ ਗੂੰਦ ਲੱਗੀ, ਇਹਨੂੰ ਪਿਘਲਾਓ ਜਾ ਕੇ, ਇਹਨਾਂ ਦੀਆਂ ਚਿੱਪੀਆਂ ਨੂੰ, ਇਹਨਾਂ ਦੇ ਤਾਸਿਆਂ ਨੂੰ। ਜਦੋਂ ਪਿਘਲਾਈਆਂ ਤੇ ਉਹ ਗੂੰਦ ਪਿਘਲੀ, ਵਿੱਚੋਂ ਸੋਨੇ ਦੀਆਂ ਮੋਹਰਾਂ ਡਿੱਗੀਆਂ। ਲੰਗਰ ਛਕਦਿਆਂ ਨੂੰ ਪਤਾ ਲੱਗ ਗਿਆ ਕਿ ਸਾਡਾ ਤੇ ਪਾਜ ਖੁੱਲ ਗਿਆ। ਅਸੀਂ ਤੇ ਕਹਿੰਦੇ ਸੀ ਅਸੀਂ ਮਾਇਆ ਤੋਂ ਬਰਾਮ ਆ, ਅਸੀਂ ਸੰਨਿਆਸੀ ਆ, ਅਸੀਂ ਹੱਠ ਕਰਕੇ ਜ਼ਿੰਦਗੀ ਜਿਉਂਦੇ ਆ। ਹੁਣ ਗੁਰੂ ਸਾਹਿਬ ਦੇ ਸਾਹਮਣੇ ਆਏ ਪਰ ਅੱਖਾਂ 'ਚ ਅੱਖਾਂ ਨਾ ਪਾੜ। ਮਹਾਰਾਜ ਕਹਿੰਦੇ ਉਹ ਜੋਗੀਓ, ਤੁਸੀਂ ਘਰ-ਬਾਰ ਛੱਡੇ, ਮਾਇਆ ਛੱਡੀ, ਪਰਿਵਾਰ ਛੱਡੇ, ਮਾਪੇ ਛੱਡੇ, ਧੰਦੇ ਛੱਡੇ ਤੇ ਸੰਨਿਆਸ ਧਾਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਕਿ ਮਾਇਆ ਤਿਆਗ ਦਿੱਤੀ ਹੈ ਤੇ ਰੋਟੀਆਂ ਤੁਹਾਡੇ ਕੋਲੋਂ ਮੰਗ ਕੇ ਖਾਵਾਂਗੇ। ਕਹਿੰਦੇ ਸੁਰਤ ਦੇ ਵਿੱਚੋਂ ਤੁਹਾਡੇ ਮਾਇਆ ਨਹੀਂ ਗਈ, ਤਾਂ ਹੀ ਤਾਂ ਪੋਥੀਆਂ ਵਿੱਚੋਂ ਵੀ ਟਕੇ ਸੋਨੇ ਦੇ ਲੱਭਦੇ ਪਏ ਆ। ਮਹਾਰਾਜ ਡੇਗੇ ਚਰਨਾਂ 'ਚ ਗੁਰੂ ਸਾਹਿਬ ਕਹਿੰਦੇ ਏਦਾਂ ਨਹੀਂ, ਜੇ ਸੰਨਿਆਸ ਧਾਰਨਾ ਤੇ ਸੁਰਤ ਦਾ ਧਾਰੀਏ। ਗੁਰੂ ਸਾਹਿਬ ਨੇ ਤਾਂ ਕਿਹਾ ਸੀ ਰੇ ਮਨ ਐਸੋ ਕਰ ਸੰਨਿਆਸਾ। ਗੁਰੂ ਸਾਹਿਬ ਕਹਿੰਦੇ ਸੰਨਿਆਸ ਹੋਆ ਜਿਹੜਾ ਗ੍ਰਸਤ ਦੇ ਵਿੱਚ ਰਹਿ ਕੇ ਉਪਰਾਮ ਰਵੇ। ਸੰਗਤ ਜੀ ਨਿਮਖ ਨਾ ਹੋਏ ਉਦਾਸ ਉਪਰਾਮ ਰਵੇ। ਸੋ ਗੁਰੂ ਸਾਹਿਬ ਸੱਚੇ ਪਿਤਾ ਇਹੋ ਜਿਹੇ ਬੜੇ ਪਾਜ ਖੋਲਦੇ ਨੇ। ਇੱਥੇ ਹੁਣ ਮਹਾਰਾਜ ਨੇ ਕਿਹਾ ਦੁੱਖ ਪਾਇਆ ਦੂਜੈ ਭਾਏ, ਕਿ ਉਹ ਮਨ ਹੱਠ ਕਰਦੇ ਆ ਪਰ ਮਾਇਆ ਦੇ ਵਿੱਚ ਰਹਿਣ ਕਰਕੇ ਦੁਖੀ ਜੀਵਨ ਬਤੀਤ ਕਰਦੇ। ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਚੰਗਾ ਜੀਵਨ ਬਖਸ਼ਿਸ਼ ਕੀਤਾ ਤੇ ਇਹ ਪ੍ਰਮਾਣ ਵੀ ਸੁਣਾਇਆ ਸੀ ਕਿ ਭੁੱਖਾ ਮੁੱਲੇ ਘਰੇ ਮਸੀਤ। ਗੁਰੂ ਸਾਹਿਬ ਕਹਿੰਦੇ ਗਿਆਨ ਬਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ। ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਹੋਰ ਜਾਤ ਸਦਾਏ। ਤੇ ਮਾਤ ਸੱਚੇ ਪਿਤਾ ਜੀ ਕਹਿੰਦੇ ਸਨ ਗੁਰ ਪੀਰ ਸਦਾਏ ਮੰਗਣ ਜਾਏ, ਤਾਕੈ ਮੂਲ ਨਾ ਲੱਗੇ ਪਾਏ। ਉਹਨਾਂ ਦੇ ਬਿਲਕੁਲ ਵੀ ਕਦੇ ਪੈਰਾਂ ਨੂੰ ਹੱਥ ਨਾ ਲਾਓ ਜਿਹੜੇ ਕੰਨ ਪੜਾ ਲੈਂਦੇ ਆ, ਜ਼ਿੰਮੇਵਾਰੀਆਂ ਤੋਂ ਭੱਜਦੇ ਤੇ ਠੂਠੇ ਫੜ ਕੇ ਮੰਗਣ ਲੱਗ ਪੈਂਦੇ ਆ। ਇਹ ਹੈ ਗੁਰੂ ਸਾਹਿਬ ਦਾ ਸਿਧਾਂਤ। ਹੁਣ ਇੱਕ ਉਦਾਹਰਨ ਜਿਹੜੀ ਤੁਹਾਨੂੰ ਦੇਣੀ ਆ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੋਲ ਨਾ ਸਿੱਖ ਆਏ ਸੰਗਤ ਜੀ ਜੱਥੇ 'ਚ ਆ ਕੇ ਕਹਿੰਦੇ ਮਹਾਰਾਜ ਜੀ ਜੋਗੀ ਬੜੇ ਤੰਗ ਕਰਦੇ। ਗੁਰੂ ਸਾਹਿਬ ਕਹਿੰਦੇ ਕੀ ਗੱਲ ਹੋਈ? ਗੁਰੂ ਸਾਹਿਬ ਜੀ ਜੋਗੀ ਕਹਿੰਦੇ ਨੇ ਲੋ ਤੁਸੀਂ ਤੇ ਅੰਮ੍ਰਿਤ ਵੇਲੇ ਉੱਠਦੇ ਹੋ, ਬੜੇ ਆਨੰਦ ਦੇ ਵਿੱਚ ਸਾਫ ਸੁਥਰੇ ਵਸਤਰ ਪਾਉਂਦੇ ਹੋ ਤੇ ਕੁਝ ਘੜੀਆਂ ਨਾਮ ਜਪਦੇ ਹੋ ਤੇ ਬਾਣੀ ਪੜ੍ਹਦੇ ਹੋ ਤੇ ਤੁਸੀਂ ਕਹਿੰਦੇ ਹੋ ਸਾਨੂੰ ਸਭ ਕੁਝ ਮਿਲ ਜਾਣਾ, ਅਸੀਂ ਬੜੇ ਆਨੰਦਿਤ ਹਾਂ। ਕਹਿੰਦੇ ਇਦਾਂ ਨਹੀਂ ਹੁੰਦਾ। ਜਿੰਨੀ ਮਿਹਨਤ ਕੀਤੀ ਜਾਏ ਕਿਸੇ ਕੰਮ ਪਿੱਛੇ, ਮਸ਼ੱਕਤ ਘਾਲੀ ਜਾਏ, ਸਰੀਰ ਨੂੰ ਦੁੱਖ ਦਿੱਤੇ ਜਾਣ, ਉਨੀ ਵੱਧ ਪ੍ਰਾਪਤੀ ਹੁੰਦੀ ਆ। ਹੁਣ ਵੇਖੋ ਸੰਗਤਾਂ ਸੱਸੋ ਪੰਜੇ 'ਚ ਪੈ ਜਾਂਦੀਆਂ ਰਹੀਆਂ, ਉਹਨਾਂ ਨੇ ਟੈਨਸ਼ਨ ਲੈ ਲਈ। ਮਹਾਰਾਜ ਕੋਲ ਆਏ ਕਹਿੰਦੇ ਮਹਾਰਾਜ ਸੱਚੀ ਇਦਾਂ ਹੁੰਦਾ? ਅਸੀਂ ਤਾਂ ਬੜੇ ਆਨੰਦ ਦੇ ਨਾਲ ਜੇ ਸਿਆਲ ਹੋਵੇ ਤਾਂ ਥੋੜਾ ਪਾਣੀ ਵੀ ਗਰਮ ਕਰ ਲਈਦਾ ਤੇ ਇਸ਼ਨਾਨ ਕਰਕੇ ਮੋਟੇ ਕੱਪੜਿਆਂ 'ਚ ਬਹਿ ਜੀਦਾ, ਗੁਰੂ ਗੁਰੂ ਕਰੀਦਾ ਤੇ ਤੁਹਾਡੇ ਕੋਲ ਆ ਜੀਦਾ। ਤੇ ਜੋਗੀ ਤੇ ਕਹਿੰਦੇ ਆ ਕਿ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਦੋਂ ਤੱਕ ਅਸੀਂ ਦੁੱਖ ਨਹੀਂ ਦਿੰਨੇ, ਮਸ਼ੱਕਤ ਨਹੀਂ ਘਾਲਦੇ, ਮਿਹਨਤ ਨਹੀਂ ਕਰਦੇ, ਉਨੀ ਦੇਰ ਤੱਕ ਤੁਹਾਨੂੰ ਅਸਲ ਤੱਤ ਨਹੀਂ ਮਿਲਣਾ। ਗੁਰੂ ਸਾਹਿਬ ਨੇ 4 ਉਦਾਹਰਨਾਂ ਦਿੱਤੀਆਂ ਜੀ। ਮਹਾਰਾਜ ਕਹਿੰਦੇ ਸਿੱਖੋ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਲੱਕੜਹਾਰਾ ਵੇਖਿਆ ਕਿਤੇ? ਗੁਰੂ ਸਾਹਿਬ ਜੀ ਵੇਖਿਆ ਜੀ।
ਮਹਾਰਾਜ ਕਹਿੰਦੇ ਸਾਰੀ ਦਿਹਾੜੀ ਨਾ ਘਰੋਂ ਲੈ ਜਾਂਦਾ ਕੁਹਾੜਾ, ਇੱਕ ਪੱਲਾ ਲੈ ਜਾਊਗਾ, ਕੋਈ ਜੇ ਗੱਡਾ ਹੈ ਤੇ ਠੀਕ ਨੇ, ਤੇ ਸਿਰ ਤੇ ਹੀ ਪੰਡ ਲਿਆਂਦਾ। ਸਾਰੀ ਦਿਹਾੜੀ ਘਰੋਂ ਰੋਟੀ ਖਾ ਜਾਂਦਾ, ਸੁੱਕੀਆਂ ਸੁੱਕੀਆਂ ਜੰਗਲਾਂ 'ਚ ਜਾ ਕੇ ਲੱਕੜਾਂ ਲੱਭਦਾ, ਉਹਨਾਂ ਨੂੰ ਵੱਢਦਾ, ਕੱਟਦਾ, ਭਰੀ ਬਣਾਉਂਦਾ, ਫਿਰ ਕਿਤੇ ਘੰਟਿਆਂ ਬਾਅਦ ਸਿਰ ਤੇ ਚੁੱਕਦਾ। ਸਵੇਰ ਦਾ ਜਾਂਦਾ, ਸ਼ਾਮਾਂ ਪੈ ਜਾਂਦੀਆਂ, ਲਿਆ ਕੇ ਵੇਚ ਦਿੰਦਾ। ਪੂਰੀ ਦਿਹਾੜੀ ਮਿਹਨਤ ਕੀਤੀ ਤੇ ਪੈਸੇ ਕੀ ਮਿਲੇ? ਕਿਸੇ ਨੇ 100 ਦੇਤਾ, ਕਿਸੇ ਨੇ 200 ਦੇਤਾ। ਗੁਰੂ ਸਾਹਿਬ ਕਹਿੰਦੇ ਮਿਹਨਤ ਬੜੀ ਆ ਪਰ ਫਲ ਬਹੁਤ ਘੱਟ ਲੱਗਾ। ਮਹਾਰਾਜ ਜੀ ਨੇ ਦੂਜੀ ਉਦਾਹਰਨ ਇੱਕ ਕਰਿਆਨੇ ਵਾਲੇ ਦੁਕਾਨਦਾਰ ਦੀ ਦਿੱਤੀ। ਮਹਾਰਾਜ ਕਹਿੰਦੇ ਵੇਖੋ, ਲੱਕੜਹਾਰੇ ਨਾਲੋਂ ਕਰਿਆਨੇ ਦੀ ਮਿਹਨਤ ਘਟ ਜਾਂਦੀ ਆ। ਉਹਨੇ ਮਜੇ ਨਾਲ ਦੁਕਾਨ ਤੇ ਬਹਿਣਾ, ਗਾਹਕ ਆ ਗਿਆ ਸੌਦਾ ਤੋਲ ਦੇਣਾ, ਤੇ ਫਿਰ ਮਹਾਰਾਜ ਕਹਿੰਦੇ ਉਹਨੇ 4 ਟਕੇ ਕਮਾ ਲੈਣੇ। ਉਹਦੇ ਨਾਲੋਂ ਮਿਹਨਤ ਘਟ ਗਈ ਤੇ ਫਲ ਵੱਧ ਗਿਆ। ਤੀਜੀ ਉਦਾਹਰਨ ਗੁਰੂ ਸਾਹਿਬ ਨੇ ਸੁਨਿਆਰੇ ਦੀ ਦਿੱਤੀ ਹੈ, ਉਹਦੀ ਵੀ ਦੁਕਾਨ ਹੀ ਆ, ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਕਰਿਆਨੇ ਵਾਲਾ ਉਹਨੇ 100 ਬਚਾ ਲਿਆ, 50 ਬਚਾ ਲਏ, 5 ਰੁਪਏ ਬਚਾ ਲਏ, ਟਕਾ ਬਚਾ ਲਿਆ। ਪਰ ਸੁਨਿਆਰੇ ਦੇ ਕੋਲ ਜਾਓ, ਬਹਿੰਦਾ ਉਹ ਵੀ ਦੁਕਾਨ ਤੇ ਹੀ ਆ, ਪਰ ਉਹ 10-10 ਹਜ਼ਾਰ ਵਿੱਚੋਂ ਕਈ ਵਾਰੀ 5-5 ਹਜ਼ਾਰ ਵੀ ਮੰਨ ਜਾਂਦਾ। ਉਹਦੀ ਵੇਖੋ ਦੀ ਮਿਹਨਤ ਕੀ ਆ, ਬਹਿ ਗਿਆ ਮਜੇ ਨਾਲ। ਤੇ ਗੁਰੂ ਸਾਹਿਬ ਕਹਿੰਦੇ ਜੇ ਸੀਜ਼ਨ 'ਚ ਵੀ ਗਾਹਕ ਆਏ ਤਾਂ ਉਹਦੇ ਸਾਲ ਦੀ ਕਸਰ ਨਿਕਲ ਗਈ। ਚੌਥੀ ਉਦਾਹਰਨ ਮਹਾਰਾਜ ਨੇ ਦਿੱਤੀ ਕਿ ਸੁਨਿਆਰੇ ਤੋਂ ਵੀ ਅੱਗੇ ਇੱਕ ਹੋਰ ਵੀ ਹੈ। ਉਹ ਕੌਣ ਮਹਾਰਾਜ ਜੀ? ਮਹਾਰਾਜ ਕਹਿੰਦੇ ਜੁਆਰੀ ਪਾਓ ਜਿਹਨਾਂ ਨੂੰ ਹੀਰਿਆਂ ਦੀ ਪਰਖ ਹੋਵੇ। ਗੁਰੂ ਸਾਹਿਬ ਕਹਿੰਦੇ ਕਦੇ ਉਹਨਾਂ ਕੋਲ ਜਾਇਓ, ਪੂਰਾ ਸਾਲ ਵਿਹਲੇ ਬੈਠੇ ਰਹਿੰਦੇ ਆ, ਕਿਤੇ ਸਾਲ 'ਚ ਇੱਕ ਵੀ ਗਾਹਕ ਆ ਗਿਆ ਨਾ ਜੀ, ਤੇ ਉਹ ਇੱਕ ਹੀਰਾ ਦੇ ਕੇ ਵੀ ਗੁਰੂ ਸਾਹਿਬ ਸੱਚੇ ਪਿਤਾ ਕਹਿੰਦੇ ਆਪਣੀਆਂ ਕੋਲਾਂ ਜਿੰਨਾ ਧਨ ਕਮਾ ਜਾਂਦੇ। ਫਿਰ ਇੱਕ ਹੋਰ ਗੱਲ ਸੁਣੋ, ਮਿਹਨਤ ਦਿਹਾੜੀ ਕਰਨ ਵਾਲਾ ਬੰਦਾ 9 ਵਜੇ ਤੋਂ 1 ਮਿੰਟ ਲੇਟ ਹੋ ਜਾਏ ਤੇ ਮਾਲਕ ਬੋਲਣ ਲੱਗ ਪੈਂਦਾ ਜੇ, ਤੇ 5 ਵਜੇ ਤੋਂ ਪਹਿਲਾਂ ਜਾਣ ਨਹੀਂ ਦਿੰਦਾ। ਕਰਿਆਨੇ ਵਾਲਾ ਬੰਦਾ ਵੀ ਟਾਈਮ ਨਾਲ ਦੁਕਾਨ ਖੋਲੇਗਾ, ਟਾਈਮ ਨਾਲ ਬੰਦ ਕਰੇਗਾ, ਕਿਉਂਕਿ ਉਹਨੇ ਪਰਚੂਨ ਵੇਚ ਕੇ ਮਸਾ ਦਿਹਾੜੀ ਪਾਉਣੀ ਆ। ਕਹਿੰਦੇ ਆ ਜਿਹੜੇ ਸੋਨੇ ਤੇ ਹੀਰਿਆਂ ਦੇ ਵਪਾਰੀ ਆ, ਮਜੇ ਨਾਲ 12-12 ਵਜੇ ਆਉਂਦੇ ਆ, 2 ਘੰਟੇ ਬਹਿੰਦੇ ਆਪਣੀਆਂ ਦਿਹਾੜੀਆਂ ਪਾ ਕੇ ਫਿਰ ਘਰਾਂ ਨੂੰ ਤੁਰ ਜਾਂਦੇ ਆ। ਹੁਣ ਤੁਸੀਂ ਦੱਸੋ ਕਿ ਇਹਨਾਂ ਦੀ ਮਿਹਨਤ ਜ਼ਿਆਦਾ ਹੈ? ਮਹਾਰਾਜ ਜੀ ਨਹੀਂ। ਫਿਰ ਗੁਰੂ ਸਾਹਿਬ ਕਹਿੰਦੇ ਉਹਨੂੰ ਤੇ ਫਲ ਬਹੁਤ ਮਿਲਦਾ ਪਿਆ। ਇਸੇ ਤਰ੍ਹਾਂ ਇਹ ਨਹੀਂ ਕਿ ਪੁੱਠੇ ਲਮਕੇ ਰਹਿਣਾ, ਜਾ ਕੇ ਖੂਹਾਂ ਦੇ ਠੰਡਿਆਂ ਪਾਣੀ 'ਚ ਨਹਾਉਣਾ, ਮੂਲੀਆਂ ਗਾਜਰਾਂ ਖਾ ਕੇ ਬਰਫ਼ ਦੀਆਂ ਸਿੱਲਾਂ ਤੇ ਚੌਂਕੜੇ ਮਾਰਨਿਆ ਤੇ ਰੱਬ ਦੀ ਪ੍ਰਾਪਤੀ ਬਿਲਕੁਲ ਨਹੀਂ। ਪਰਮਾਤਮਾ ਦਾ ਨਾਮ ਉਹ ਹੀਰਾ ਜਿਹੜੇ ਗੁਰੂ ਵਾਲੇ ਬਣ ਕੇ ਅਭਿਆਸ ਕਰਨਗੇ, ਉਹ ਜਵਾਰੀਆਂ ਵਾਂਗ ਕੁਝ ਸਮੇਂ 'ਚ ਬਹੁਤਾ ਧਨ ਪ੍ਰਾਪਤ ਕਰਨਗੇ। ਆਓ ਸੰਗਤ ਜੀ, ਸਾਨੂੰ ਸੂਰਜ ਨੂੰ ਮੱਥੇ ਟੇਕਣ ਨੂੰ ਨਹੀਂ ਕਿਹਾ ਮਹਾਰਾਜ ਨੇ। ਸੂਰਜ ਵੀ ਇੱਕ ਉਸੇ ਤਰ੍ਹਾਂ ਗ੍ਰਹਿ ਜਿਵੇਂ ਬਾਕੀ 9 ਗ੍ਰਹਿ ਨੇ। ਗੁਰੂ ਸਾਹਿਬ ਕਹਿੰਦੇ ਰੁੱਤਾਂ ਥਿੱਤਾਂ ਤੁਸੀਂ ਨਹੀਂ ਪੂਜਣੀਆਂ, ਮੜੀਆਂ ਤੁਸੀਂ ਨਹੀਂ ਪੂਜਣੀਆਂ, ਕਿਸੇ ਤੁਸੀਂ ਖਾਸ ਪਾਸੇ ਵਾਲੇ ਮੂੰਹ ਕਰਕੇ ਨਹੀਂ ਨਾਮ ਜਪਣੇ। ਜਿੱਧਰ ਨੂੰ ਮਨ ਆਏ, ਭਾਵੇਂ ਬਹਿ ਨਹੀਂ ਸਕਦੇ ਲੰਮੇ ਪੈ ਜਾਓ, ਲੰਮੇ ਨਹੀਂ ਪੈ ਸਕਦੇ ਤੁਰ ਲਓ, ਪਰ ਜੇ ਰੱਬ ਕਰੋਗੇ ਤੇ ਤੁਹਾਨੂੰ ਵੀ ਹੀਰਿਆਂ ਦੇ ਵਪਾਰੀ ਵਾਂਗੂ ਝੋਲੀਆਂ ਭਰ ਦੂਗਾ। ਕਲਯੁਗ ਦੇ ਅੰਦਰ ਨਾ ਜੀ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਜੇ ਕੋਈ ਸ਼੍ਰੋਮਣੀ ਹੈ ਤੇ ਉਹ ਕੇਵਲ ਵਾਹਿਗੁਰੂ ਜੀ ਦਾ ਨਾਮ ਹੈ। ਦੂਜੇ ਧਰਮਾਂ 'ਚ ਚੱਲਦੇ ਸੀ, ਜੱਗ ਚੱਲਦੇ ਸੀ, ਵਲੀਆਂ ਚੱਲਦੀਆਂ ਸੀ, ਕਰਮ ਕਾਂਡ ਚੱਲਦੇ ਸੀ, 'ਚ ਕੋਈ ਸ਼ੱਕ ਨਹੀਂ, ਪਰ ਕਲ ਕੀਰਤ ਹਰ ਨਾਮਾ। ਮਹਾਰਾਜ ਕਹਿੰਦੇ ਕਲਯੁਗ 'ਚ ਜੇ ਕੋਈ ਸ਼ੈ ਕੰਮ ਹੁੰਦੀ ਹੈ ਪਰਮੇਸ਼ਰ ਦਾ ਨਾਮ ਹੈ। ਸੋ ਇੱਥੇ ਸਮਾਪਤੀ ਹੈ ਸਮੇਂ ਦੀ। ਆਖਰੀ ਅਰਥ ਆਪਾਂ ਕਰ ਲਈਏ। ਅੱਗੇ ਹੈ ਰਿੱਧ ਸਿੱਧ ਸਭ ਮੋਹ ਹੈ। ਇਹਨਾਂ ਵਿੱਚੋਂ ਰਿੱਧੀਆਂ ਸਿੱਧੀਆਂ ਤੇ ਜ਼ਰੂਰ ਪ੍ਰਾਪਤ ਹੁੰਦੀਆਂ, ਪਰ ਗੁਰੂ ਜੀ ਕਹਿੰਦੇ ਨਾਮ ਨਾ ਵਸੈ ਮਨ ਆਏ। ਨਾਮ ਨਹੀਂ ਹਿਰਦੇ 'ਚ ਵਸਦਾ, ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਜਦੋਂ ਗੁਰੂ ਦੇ ਬਣ ਕੇ ਗੁਰੂ ਦੀ ਸੇਵਾ ਕਰਾਂਗੇ ਸੰਗਤ ਜੀ, ਮਨ ਨਿਰਮਲ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਮੁੱਕ ਜਾਂਦਾ ਹੈ, ਨਾਮ ਰਤਨ ਘਟ ਪ੍ਰਗਟ ਹੋਆ। ਗੁਰੂ ਸਾਹਿਬ ਕਹਿੰਦੇ ਵੇਖੋ ਸੇਵਾ ਨੇ ਮੈਲ ਦੂਰ ਕੀਤੀ, ਹਨੇਰੇ ਤੋਂ ਬਾਹਰ ਕੱਢੇ, ਤੇ ਹਿਰਦੇ ਦਾ ਨਾਮ ਉਹ ਹਿਰਦੇ ਵਿੱਚ ਹੀ ਸੀ, ਉਹਨੂੰ ਫਿਰ ਗੁਰੂ ਸੇਵਾ ਨੇ ਪ੍ਰਗਟ ਕਰਤਾ। ਨਾਨਕ ਸਹਿਜ ਸਮਾਏ। ਗੁਰੂ ਸਾਹਿਬ ਕਹਿੰਦੇ ਉਹ ਸਹਿਜ ਅਵਸਥਾ ਵਿੱਚ ਟਿਕ ਕੇ ਉਸ ਪ੍ਰਮਾਤਮਾ ਨੂੰ ਜਪਦੇ ਰਹਿੰਦੇ ਆ। ਅੱਗੇ ਜੋ ਨਿਚੋੜ ਹੈ ਸੰਗਤ ਜੀ ਸ਼ਲੋਕ ਦਾ ਕਿ ਫਿੱਕਾ ਨਹੀਂ ਬੋਲਣਾ। ਮਹਾਰਾਜ ਕਹਿੰਦੇ ਫਿੱਕਾ ਬੋਲਣ ਵਾਲੇ ਅਕਸਰ ਖੁਆਰ ਹੁੰਦੇ ਆ। ਜੋ ਵੀ ਅਸੀਂ ਕਿਰਤ ਕਮਾਵਾਂਗੇ ਉਹ ਸਾਨੂੰ ਵੱਢਣਾ ਪੈਣਾ ਹੈ। ਦੇਖੋ ਕਿੱਕਰ ਦੇ ਬੀਜ ਨੂੰ ਕਹਿੰਦੇ ਕੰਡੇ ਨਹੀਂ ਲੱਗੇ ਹੁੰਦੇ, ਪਰ ਕਿੱਕਰ ਦਾ ਬੀਜ ਬੋ ਦਿਓ ਤੇ ਫਿਰ ਉਹਦਾ ਰੁੱਖ ਬਣਦਾ ਤੇ ਉਹਨੂੰ ਕੰਡੇ ਲੱਗਦੇ ਆ। ਸਾਡੇ ਕਰਮ ਕਿੱਕਰ ਦੇ ਬੀਜ ਵਰਗੇ ਆ, ਖੋਟੇ। ਅਸੀਂ ਕਹਿੰਦੇ ਆ ਫਿਰ ਕੀ ਹੋਇਆ? ਮਹਾਰਾਜ ਕਹਿੰਦੇ ਜੇ ਬੀਜ ਲਿਆ ਤੇ ਕੰਡੇ ਬਣ ਜਾਣੇ ਆ ਤੇਰੇ ਕਰਮ।
ਤੇ ਫਿਰ ਤੈਨੂੰ ਭੋਗਣੇ ਔਖੇ ਹੋ ਜਾਣੇ। ਇਸ ਕਰਕੇ ਕਿਰਤ ਪਿਆ ਕਮਾਵਣਾ ਕੋਏ ਨਾ ਮਿਟਣਹਾਰ, ਨਾਮ ਤੋਂ ਬਿਨਾ ਖੋਟੇ ਕਰਮ ਨਹੀਂ ਮਿਟਦੇ। ਜਿਹੜੀ ਪੌੜੀ ਆ ਉਹਦਾ ਤੱਤ ਇਹੀ ਹੈ ਕਿ ਗੁਰੂ ਸਾਡਾ ਭਗਤ ਹੈ, ਗੁਰੂ ਗਿਆਨੀ ਹੈ, ਗੁਰੂ ਸਾਡਾ ਮਿੱਤਰ ਹੈ, ਜਿਹੜਾ ਸਾਨੂੰ ਨਾਮ ਦਿੰਦਾ, ਨਾਮ ਦੀ ਭਗਤੀ 'ਚ ਲਿਵ ਸਾਡੀ ਲਾਉਂਦਾ, ਤੇ ਵੈਰੀ ਮਿੱਤਰ ਦੇ ਵਿੱਚੋਂ ਸਾਨੂੰ ਪ੍ਰਮਾਤਮਾ ਦੇ ਵੀ ਦੀਦਾਰੇ ਕਰਾ ਦਿੰਦਾ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ। ਕਰੋ ਕਿਰਪਾ।